Welcome to my channel Student Struggle Canada, a mission to end student struggle। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਅਸੀਂ ਆਪਣਾ GC ਅਕਾਊਂਟ ਕਿਵੇਂ ਕ੍ਰੀਏਟ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਇੰਟਰਨੈਟ ਐਕਸਪਲੋਰਰ ਜਿਹੜਾ ਕਿ ਇਨਬਿਲਟ ਹੁੰਦਾ ਵਾ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ, ਤੁਸੀਂ ਉਹਦੇ ਵਿੱਚ ਗੂਗਲ ਨੂੰ ਓਪਨ ਕਰਕੇ ਗੂਗਲ ਸਰਚ ਬਾਰ ਵਿੱਚ GC ਕੀ ਐਂਟਰ ਕਰ ਦਿਓ। ਦੈਨ ਜਿਹੜਾ ਫਸਟ ਲਿੰਕ ਆਊਗਾ ਉਸ ਤੇ ਕਲਿੱਕ ਕਰਿਓ। ਉਸ ਤੋਂ ਬਾਅਦ ਸਕਰੋਲ ਡਾਊਨ ਕਰਕੇ ਰਜਿਸਟਰ ਕਰ ਦਿਓ। ਰਜਿਸਟਰ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਕਲਿੱਕ ਕਰਨਾ ਵਾ ਰਜਿਸਟਰ ਵਿਦ GC ਕੀ। ਉਸ ਤੋਂ ਬਾਅਦ ਤੁਹਾਡੇ ਕੋਲ ਕੁਝ ਇੱਦਾਂ ਦਾ ਸਕਰੀਨ ਆਊਗੀ। ਉਸ ਤੋਂ ਬਾਅਦ ਤੁਸੀਂ ਸਾਈਨ ਅਪ ਕਰ ਦਿਓ। ਦੈਨ ਕਲਿੱਕ ਔਨ ਆਈ ਐਕਸੈਪਟ। ਉਸ ਤੋਂ ਬਾਅਦ ਤੁਸੀਂ ਕੋਈ ਵੀ ਯੂਜ਼ਰ ਨੇਮ ਆਪਣਾ ਸਿਲੈਕਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਮੈਂ ਇੱਥੇ ਕਰ ਲੈਣਾ ਹੈ demo123 ਕਿ ਆਲਰੇਡੀ ਨੇਮ ਟੇਕਨ ਆ। ਦੈਨ ਮੈਂ ਇਹਦੇ ਨਾਲ 789 ਲਾ ਦੇਣਾ। ਆਈ ਹੋਪ ਸੋ ਇਹ ਵਰਕ ਕਰੂਗਾ। ਉਹ ਵਰਕ ਕਰ ਚੁੱਕਿਆ ਵਾ। ਉਸ ਤੋਂ ਬਾਅਦ ਤੁਸੀਂ ਇੱਥੇ ਕੋਈ ਵੀ ਪਾਸਵਰਡ ਭਰਨਾ ਵਾ। ਮੈਂ ਇੱਥੇ ਸਿਲੈਕਟ ਕਰ ਲੈਣਾ ਵਾ ਕੈਪੀਟਲ ABC। ਦੈਨ ਕੁਛ ਸਮਾਲ ਲੈਟਰਸ। ਉਸ ਤੋਂ ਬਾਅਦ ਕੋਈ ਵੀ ਇੱਕ ਸਪੈਸ਼ਲ ਸਿੰਬਲ। ਦੈਨ ਕੋਈ ਵੀ ਨਿਊਮੈਰਿਕ ਡਿਜਿਟ। ਸੇਮ ਤੁਸੀਂ ਆਪਣਾ ਪਾਸਵਰਡ ਇੱਥੇ ਫਿਲ ਆਊਟ ਕਰਨਾ ਵਾ। ਪਾਸਵਰਡ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਇੱਥੇ ਕੰਟੀਨਿਊ ਕਰ ਦੇਣਾ। ਤੁਸੀਂ ਮੇਕ ਸ਼ੋਰ ਕਰਨਾ ਵਾ ਕਿ ਕੋਈ ਵੀ 3 ਕੌਨਸੀਕਿਊਟਿਵ ਕਰੈਕਟਰ ਤੁਹਾਡੇ ਯੂਜ਼ਰ ਨੇਮ ਦੇ ਤੁਹਾਡੇ ਪਾਸਵਰਡ ਨਾਲ ਮੈਚ ਨਾ ਕਰਨ, ਨਹੀਂ ਤਾਂ ਕੁਛ ਇੱਦਾਂ ਦਾ ਐਰਰ ਆ ਜਾਣਾ ਵਾ। ਪਾਸਵਰਡ ਫਿਲ ਕਰਨ ਤੋਂ ਬਾਅਦ ਤੁਹਾਡੇ ਕੋਲ ਕੁਛ ਇੱਦਾਂ ਦੀ ਸਕਰੀਨ ਆਊਗੀ ਜਿਹਦੇ ਵਿੱਚ ਤੁਹਾਨੂੰ ਪੁੱਛੂਗਾ ਕਿ ਆਪਣੇ ਰਿਕਵਰੀ ਆਨਸਰ ਸਿਲੈਕਟ ਕਰ ਲਓ। ਸੋ ਮੇਕ ਸ਼ੋਰ ਕਰਿਓ ਕੁਐਸਚਨਸ ਉਹੀ ਸਿਲੈਕਟ ਕਰਿਓ ਜਿਹੜੇ ਤੁਹਾਨੂੰ ਯਾਦ ਰਹਿ ਜਾਣ। ਪਲੱਸ ਤੁਸੀਂ ਇਹ ਕੁਐਸਚਨ ਦਾ ਸਕਰੀਨਸ਼ਾਟ ਜ਼ਰੂਰ ਲੈ ਕੇ ਰੱਖ ਲਿਓ। ਸੋ ਪਹਿਲਾਂ ਮੈਂ ਇੱਥੇ ਸਿਲੈਕਟ ਕਰ ਲੈਣਾ ਸਿਟੀ ਟੋਰਾਂਟੋ। ਕੋਈ ਵੀ ਮੈਮੋਰੇਬਲ ਪਰਸਨ। ਤੁਸੀਂ ਕੁਝ ਇੱਦਾਂ ਦੇ ਕੁਝ ਆਸਾਨ ਜਿਹੇ ਆਨਸਰ ਭਰ ਸਕਦੇ ਹੋ। ਦੈਨ ਕਲਿੱਕ ਔਨ ਕੰਟੀਨਿਊ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੇਰਾ ਜਿਹੜਾ GC ਅਕਾਊਂਟ ਦਾ ਜਿਹੜਾ ਸਾਈਨ ਅਪ ਆ ਉਹ ਕੰਪਲੀਟ ਹੋ ਚੁੱਕਿਆ ਵਾ। ਮੇਰਾ ਡੈਮੋ ਆ ਚੁੱਕਿਆ ਵਾ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ demo123789। ਦੈਨ ਕਲਿੱਕ ਔਨ ਕੰਟੀਨਿਊ। ਉਸ ਤੋਂ ਬਾਅਦ ਤੁਸੀਂ ਆਈ ਐਕਸੈਪਟ ਤੇ ਕਲਿੱਕ ਕਰਨਾ ਵਾ। ਉਸ ਤੋਂ ਬਾਅਦ ਤੁਸੀਂ ਇੱਥੇ ਜਿਹੜਾ ਲਾਸਟ ਨੇਮ ਆ ਉਹ ਐਜ਼ ਪਰ ਯੂਅਰ ਸਟੱਡੀ ਪਰਮਿਟ ਦੇ ਅਕੋਰਡਿੰਗ ਟੂ ਹੀ ਭਰਿਓ। ਅਗਰ ਤੁਹਾਡੇ ਸਟੱਡੀ ਪਰਮਿਟ ਤੇ ਗਿਵਨ ਨੇਮ ਵਾਲਾ ਸੈਕਸ਼ਨ ਖਾਲੀ ਆ ਤਾਂ ਇੱਥੇ ਵੀ ਤੁਸੀਂ ਖਾਲੀ ਰਹਿਣ ਦਿਓ, ਕਿਉਂਕਿ ਇੱਥੇ ਗਿਵਨ ਨੇਮ ਆਪਸ਼ਨਲ ਆ। ਤੁਹਾਡਾ ਜਿਹੜਾ ਫੈਮਿਲੀ ਨੇਮ ਆ ਉਹੀ ਇੱਥੇ ਤੁਹਾਡਾ ਲਾਸਟ ਨੇਮ ਬਣ ਜਾਣਾ ਵਾ। ਸੋ ਇੱਥੇ ਤੁਸੀਂ ਭਰ ਦਿਓ ਸੇਮ demo123789। ਉਸ ਤੋਂ ਬਾਅਦ ਤੁਹਾਡਾ ਈਮੇਲ ਐਡਰੈਸ। ਦੈਨ ਪ੍ਰੈਫਰਡ ਲੈਂਗੁਏਜ ਜਿਹੜੀ ਵੀ ਹੋਈ ਤੁਹਾਡੀ ਇੰਗਲਿਸ਼ ਜਾਂ ਫਰੈਂਚ। ਇੱਦਾਂ ਤੁਸੀਂ ਆਪਣੀ ਇਨਫੋਰਮੇਸ਼ਨ ਫਿਲ ਆਊਟ ਕਰਨ ਤੋਂ ਬਾਅਦ ਤੁਸੀਂ ਇੱਥੇ ਕੰਟੀਨਿਊ ਕਰ ਦੇਣਾ। ਉਸ ਤੋਂ ਬਾਅਦ ਤੁਹਾਨੂੰ ਕੁਛ ਇੱਦਾਂ ਦੀ ਸਕਰੀਨ ਆਊਗੀ ਜਿਹਦੇ ਵਿੱਚ ਤੁਸੀਂ ਆਪਣੇ ਖੁਦ ਦੇ ਸਿਕਿਉਰਿਟੀ ਕੁਐਸਚਨਸ ਟਾਈਪ ਕਰਨੇ ਹੋਣਗੇ ਜਾਂ ਕ੍ਰੀਏਟ ਕਰਨੇ ਹੋਣਗੇ। ਪਲੀਜ਼ ਇਹ ਕੁਐਸਚਨਸ ਦਾ ਵੀ ਸੇਮ ਤੁਸੀਂ ਸਕਰੀਨਸ਼ਾਟ ਲੈ ਲਿਓ ਜਾਂ ਆਪਣੇ ਫੋਨ ਦੇ ਜਿਹੜੇ ਨੋਟਸ ਹੁੰਦੇ ਆ ਉਹਦੇ ਵਿੱਚ ਟਾਈਪ ਕਰਕੇ ਰੱਖ ਲਿਓ, ਜਾਂ ਆਪਣੀ ਈਮੇਲ ਦੇ ਵਿੱਚ ਤੁਸੀਂ ਇੱਕ ਡਰਾਫਟ ਬਣਾ ਕੇ ਰੱਖ ਸਕਦੇ ਹਾਂ ਅਤੇ ਸੇਵ ਕਰ ਸਕਦੇ ਹਾਂ। ਸੋ ਇਹ ਕੁਐਸਚਨ ਤੁਸੀਂ ਕੁਛ ਵੀ ਬਣਾ ਸਕਦੇ ਹੋ, ਲਾਈਕ ਵਟਸ ਯੂਅਰ ਫੇਵਰੇਟ ਕਾਰ, ਵਟਸ ਯੂਅਰ ਬੈਸਟ ਫਰੈਂਡ, ਕੁਛ ਵੀ ਹੋ ਸਕਦਾ ਵਾ। ਸੋ ਇਹ ਕੁਐਸਚਨਸ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਕਲਿੱਕ ਕਰ ਦੇਣਾ ਕੰਟੀਨਿਊ ਤੇ। ਤੁਸੀਂ ਵੀ ਦੋਸਤੋ ਇੱਦਾਂ ਦੇ ਕੁਛ ਆਸਾਨ ਜਿਹੇ ਕੁਛ ਕੁਐਸਚਨ ਲਿਖ ਸਕਦੇ ਹਾਂ। ਦੈਨ ਕੰਟੀਨਿਊ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਾਈਨਲੀ ਤੁਹਾਨੂੰ ਤੁਹਾਡੇ ਅਕਾਊਂਟ ਹੈ ਜਿਹੜਾ ਉਹ ਸ਼ੋ ਹੋ ਜੂਗਾ ਇੱਥੋਂ। ਉਸ ਤੋਂ ਬਾਅਦ ਤੁਸੀਂ ਇੱਥੇ ਕਲਿੱਕ ਕਰਨਾ ਵਾ ਅਪਲਾਈ ਟੂ ਕਮ ਟੂ ਕੈਨੇਡਾ। ਉਸ ਤੋਂ ਬਾਅਦ ਆਪਣੇ ਕੋਲ ਕੋਈ ਰੈਫਰੈਂਸ ਕੋਡ ਨਹੀਂ ਹੈਗਾ। ਦੈਨ ਆਪਾਂ ਕਲਿੱਕ ਕਰੂੰਗੇ ਵਿਜ਼ਟਰ ਵੀਜ਼ਾ, ਸਟੱਡੀ ਔਰ ਵਰਕ ਪਰਮਿਟ। ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਅਗੇਨ ਇਹ ਕੁਛ ਐਲੀਜੀਬਿਲਟੀ ਕੁਐਸਚਨਸ ਪੁੱਛਣਗੇ। ਇਹਦੇ ਵਿੱਚ ਆਪਾਂ ਆਨਸਰ ਫਿਲ ਆਊਟ ਕਰਨੇ ਆ। ਸੋ ਇਸ ਸਕਰੀਨ ਨੂੰ ਤੁਸੀਂ ਧਿਆਨ ਨਾਲ ਦੇਖਿਓ।
ਜਿਵੇਂ ਕਿ ਤੁਸੀਂ ਦੇਖ ਸਕਦੇ ਆ ਸਕਰੀਨ ਤੇ ਫਰਸਟ ਆਪਸ਼ਨ ਵਿੱਚ ਤੁਸੀਂ ਵਰਕ ਸਿਲੈਕਟ ਕਰਨਾ ਵਾ, ਸੈਕੰਡ ਆਪਸ਼ਨ ਦੇ ਵਿੱਚ ਟੈਂਪਰੇਰੀ ਮੋਰ ਦੈਨ 6 ਮੰਥਸ, ਇੱਥੇ ਤੁਹਾਡੀ ਕੰਟਰੀ ਜਿਹੜੀ ਪਾਸਪੋਰਟ ਵਾਲੀ ਹੁੰਦੀ ਇੰਡੀਆ, ਦੈਨ ਇੱਥੇ ਕੰਟਰੀ ਆਫ ਰੈਜ਼ੀਡੈਂਸ ਉਹ ਆਪਾਂ ਕੈਨੇਡਾ ਸਿਲੈਕਟ ਕਰਾਂਗੇ। ਦੈਨ ਅਗਰ ਤੁਹਾਡਾ ਕੋਈ ਵੀ ਫੈਮਿਲੀ ਮੈਂਬਰ ਜਾਂ ਭੈਣ ਭਰਾ ਕੈਨੇਡੀਅਨ ਸਿਟੀਜ਼ਨ ਹੈ ਜਾਂ PR ਆ ਐਂਡ 18 ਈਅਰਸ ਜਾਂ 18 ਈਅਰਸ ਅਬਵ ਏਜ ਆ, ਦੈਨ ਇੱਥੇ ਆਪਸ਼ਨ ਯੈਸ ਸਿਲੈਕਟ ਕਰ ਦਿਓ, ਅਦਰਵਾਈਜ਼ ਨੋ। ਦੈਨ ਆਪਣੀ ਡੇਟ ਆਫ ਬਰਥ, ਉਸ ਤੋਂ ਬਾਅਦ ਤੁਸੀਂ ਸਿਲੈਕਟ ਕਲਿੱਕ ਕਰਨਾ ਵਾ ਨੈਕਸਟ ਤੇ। ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਨੋ ਸਿਲੈਕਟ ਕਰ ਸਕਦੇ ਹੋ, ਉਸ ਤੋਂ ਬਾਅਦ ਦੈਨ ਨੈਕਸਟ। ਉਸ ਤੋਂ ਬਾਅਦ ਇਹ ਪੁੱਛ ਰਿਹਾ ਕਿ ਵਟ ਇਜ਼ ਯੂਅਰ ਕਰੰਟ ਇਮੀਗ੍ਰੇਸ਼ਨ ਸਟੇਟਸ ਇਨ ਕੈਨੇਡਾ, ਤਾਂ ਇੱਥੇ ਆਪਾਂ ਸਟੂਡੈਂਟ ਸਿਲੈਕਟ ਕਰ ਦਾਂਗੇ, ਦੈਨ ਕਲਿੱਕ ਨੈਕਸਟ। ਉਸ ਤੋਂ ਬਾਅਦ ਇਹ ਪੁੱਛ ਰਿਹਾ ਵਾ ਡੂ ਯੂ ਪਲਾਨ ਟੂ ਵਰਕ ਔਨ ਕੈਂਪਸ, ਇੱਥੇ ਆਪਾਂ ਨੋ ਸਿਲੈਕਟ ਕਰ ਦੇਣਾ। ਅਗਰ ਤੁਸੀਂ ਪਲਾਨ ਕਰ ਰਹੇ ਹੋ ਔਨ ਕੈਂਪਸ ਵਰਕ ਕਰਨ ਲਈ ਦੈਨ ਯੈਸ ਵੀ ਸਿਲੈਕਟ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹ ਪੁੱਛ ਰਿਹਾ ਵਾ ਕਿ ਆਰ ਯੂ ਅ ਫੁੱਲ ਟਾਈਮ ਸਟੂਡੈਂਟ ਐਟ ਅ ਪਾਰਟਿਸਿਪੇਟਿੰਗ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਐਂਡ ਵਾਂਟ ਟੂ ਵਰਕ ਆਫ ਕੈਂਪਸ ਅਪ ਟੂ 20 ਆਵਰਸ ਪਰ ਵੀਕ, ਇੱਥੇ ਆਪਾਂ ਆਪਸ਼ਨ ਯੈਸ ਸਿਲੈਕਟ ਕਰ ਦੇਣੀ ਆ। ਉਸ ਤੋਂ ਬਾਅਦ ਫਰਸਟ ਆਪਸ਼ਨ ਦੇ ਵਿੱਚ ਆਪਾਂ ਨੋ ਸਿਲੈਕਟ ਕਰਨਾ ਵਾ, ਸੈਕਿੰਡ ਆਪਸ਼ਨ ਦੇ ਵਿੱਚ ਆਪਾਂ ਯੈਸ ਸਿਲੈਕਟ ਕਰਾਂਗੇ। ਹੈਵ ਯੂ ਰੀਸੈਂਟਲੀ ਗ੍ਰੈਜੂਏਟਿਡ ਫਰੋਮ ਅ ਪਾਰਟਿਸਿਪੇਟਿੰਗ Canadian post-secondary institution for which your study program was full-time and a minimum of 8 months, ਉਹਦੇ ਵਿੱਚ ਆਪਾਂ ਯੈਸ ਸਿਲੈਕਟ ਕਰਾਂਗੇ। ਅਗਰ ਤੁਹਾਡਾ ਕੋਈ ਵੀ ਕੋਪ ਜਾਂ ਇੰਟਰਨਸ਼ਿਪ ਵਾਲਾ ਪ੍ਰੋਗਰਾਮ ਆ ਦੈਨ ਇੱਥੇ ਤੁਸੀਂ ਆਪਸ਼ਨ ਯੈਸ ਸਿਲੈਕਟ ਕਰ ਸਕਦੇ ਆ, ਅਦਰਵਾਈਜ਼ ਨੋ। ਉਸ ਤੋਂ ਬਾਅਦ ਦੈਨ ਕਲਿੱਕ ਔਨ ਦਾ ਨੈਕਸਟ। ਉਸ ਤੋਂ ਬਾਅਦ ਦੋਸਤੋ ਬੇਸਿਕਲੀ ਇਹ ਵਾਲੇ ਕੁਐਸਚਨਸ ਆ ਜਿਹੜੇ PNP ਜਾਂ LMI ਬੇਸਡ ਦੇ ਲਈ ਆ, ਕਿ ਅਗਰ ਤੁਸੀਂ ਪਹਿਲਾਂ ਆਪਣੀ ਕੋਈ PR ਅਪਲਾਈ ਕੀਤੀ ਆ ਜਾਂ ਤੁਹਾਡੇ ਕੋਲ ਕੋਈ ਰਿਟਰਨ ਜੌਬ ਆਫਰ ਹੈਗਾ ਵਾ, ਇਹ ਉਸ ਚੀਜ਼ ਦੇ ਬੇਸਡ ਕੁਐਸਚਨ ਹੈ, ਤਾਂ ਇਹਦੇ ਵਿੱਚ ਸਾਰੇ ਆਪਾਂ ਨੋ ਕਰ ਦਾਂਗੇ, ਦੈਨ ਕਲਿੱਕ ਔਨ ਨੈਕਸਟ। ਉਸ ਤੋਂ ਬਾਅਦ ਦੋਸਤੋ ਇਹ ਪੁੱਛ ਰਿਹਾ ਵਾ ਕਿ ਤੁਹਾਡੇ ਕੋਲ ਕੋਈ ਅਫੀਸ਼ੀਅਲ ਲੈਟਰ ਹੈਗਾ ਜਿਹੜਾ ਕਨਫਰਮ ਕਰ ਸਕਦਾ ਕਿ ਤੁਸੀਂ ਗ੍ਰੈਜੂਏਟ ਹੋ ਚੁੱਕੇ ਹੋ ਅਤੇ ਤੁਹਾਡੇ ਕੋਲ ਫਾਈਨਲ ਟਰਾਂਸਕ੍ਰਿਪਟਸ ਹੈਗੀਆਂ ਵਾ, ਇੱਥੇ ਆਪਾਂ ਸਿਲੈਕਟ ਕਰਾਂਗੇ ਯੈਸ ਐਂਡ ਦੈਨ ਕਲਿੱਕ ਔਨ ਨੈਕਸਟ। ਉਸ ਤੋਂ ਬਾਅਦ ਦੋਸਤੋ ਪੁੱਛ ਰਿਹਾ ਕਿ ਤੁਹਾਡਾ ਮੈਰੀਟਲ ਸਟੇਟਸ ਕੀ ਆ, ਅਗਰ ਸਿੰਗਲ ਆ ਤਾਂ ਸਿੰਗਲ ਫਿਲ ਕਰ ਦਿਓ, ਅਗਰ ਮੈਰਿਡ ਹੋ ਦੈਨ ਸਿਲੈਕਟ ਆਪਸ਼ਨ ਮੈਰਿਡ। ਉਸ ਤੋਂ ਬਾਅਦ ਪੁੱਛ ਰਹੇ ਤੁਹਾਡੀ ਕਿਹੜੀ ਪ੍ਰੋਵਿੰਸ ਹੈ ਡੈਸਟੀਨੇਸ਼ਨ ਦੀ, ਤੁਸੀਂ ਅਕੋਰਡਿੰਗ ਟੂ ਯਰ ਪ੍ਰੋਫਾਈਲ ਤੁਸੀਂ ਕਿੱਥੇ ਰਹਿਣਾ ਚਾਹੁੰਦੇ ਆ, ਅੱਗੇ ਕੁਝ ਵੀ ਭਰ ਸਕਦੇ ਇੱਥੇ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਔਰ ਕਿਊਬੈਕ। ਉਸ ਤੋਂ ਬਾਅਦ ਤੁਸੀਂ ਨੈਕਸਟ 'ਤੇ ਕਲਿੱਕ ਕਰ ਦੇਣਾ। ਉਸ ਤੋਂ ਬਾਅਦ ਦੋਸਤੋ ਫਾਈਨਲੀ ਤੁਸੀਂ ਇੱਥੇ ਆਹ ਵਾਲੀ ਆਪਸ਼ਨ ਸਿਲੈਕਟ ਕਰਨੀ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਨ ਕੈਨੇਡਾ, ਅਤੇ ਉੱਥੇ ਜਾ ਕੇ ਤੁਸੀਂ ਇੱਥੇ ਕੰਟੀਨਿਊ 'ਤੇ ਕਲਿੱਕ ਕਰਨਾ ਵਾ। ਕੰਟੀਨਿਊ ਤੋਂ ਕਰਨ ਤੋਂ ਬਾਅਦ ਤੁਸੀਂ ਇੱਕ ਵਾਰੀ ਹੋਰ ਕਲਿੱਕ ਕਰਨਾ ਅਗੇਨ ਕੰਟੀਨਿਊ 'ਤੇ, ਓਕੇ। ਦੈਨ ਉਸ ਤੋਂ ਬਾਅਦ ਇੱਥੇ ਅਗੇਨ ਆਪਾਂ ਯੈਸ ਸਿਲੈਕਟ ਕਰਾਂਗੇ ਕਿ ਆਪਾਂ ਕਨਫਰਮ ਕਰ ਰਹੇ ਹਾਂ ਕਿ ਅਸੀਂ ਆਫੀਸ਼ੀਅਲੀ ਗ੍ਰੈਜੂਏਟ ਹੋ ਚੁੱਕੇ ਹਾਂ, ਐਜ਼ ਵੈਲ ਐਜ਼ ਸਾਡੇ ਕੋਲ ਕਾਪੀ ਹੈਗੀ ਸਾਡੇ ਟਰਾਂਸਕ੍ਰਿਪਟ ਦੀ, ਦੈਨ ਕਲਿੱਕ ਔਨ ਨੈਕਸਟ। ਉਸ ਤੋਂ ਬਾਅਦ ਦੋਸਤੋ ਜਿਵੇਂ ਕੋਈ ਵੀ ਤੁਹਾਡਾ ਪ੍ਰੋਗਰਾਮ ਹੈਗਾ ਵਾ ਮੈਡੀਕਲ ਫੀਲਡ ਦੇ ਰਿਲੇਟਡ ਜਿਹਦੇ ਵਿੱਚ ਮੈਡੀਕਲ ਐਗਜ਼ਾਮ ਰਿਕੁਆਇਰਡ ਸੀਗਾ, ਦੈਨ ਇੱਥੇ ਤੁਸੀਂ ਆਪਸ਼ਨ ਸਿਲੈਕਟ ਕਰ ਸਕਦੇ ਹੋ ਯੈਸ, ਅਦਰਵਾਈਜ਼ ਨੋ। ਉਸ ਤੋਂ ਬਾਅਦ ਨੈਕਸਟ। ਉਸ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਸਿਲੈਕਟ ਕਰ ਦੇਣੀ ਆਪਸ਼ਨ ਨੋ। ਹੈਵ ਯੂ ਲਿਵਡ ਇਨ ਅ ਡੈਜ਼ਿਗਨੇਟਡ ਕੰਟਰੀ ਔਰ ਟੈਰੀਟਰੀ ਫॉर मोर दैन 6 months in the last year, ਇੱਥੇ ਨੋ ਸਿਲੈਕਟ ਕਰ ਦੇਣਾ, ਦੈਨ ਨੈਕਸਟ। ਉਸ ਤੋਂ ਬਾਅਦ ਤੁਸੀਂ ਇੱਥੇ ਪੁੱਛ ਰਿਹਾ ਵਾ ਡੂ ਯੂ ਵਾਂਟ ਟੂ ਸਬਮਿਟ ਐਨ ਐਪਲੀਕੇਸ਼ਨ ਫॉर ਅ ਫੈਮਿਲੀ ਮੈਂਬਰ, ਅਗਰ ਸਪਾਊਸ ਹੈਗਾ ਤਾਂ ਯੈਸ, ਅਦਰਵਾਈਜ਼ ਨੋ। ਉਸ ਤੋਂ ਬਾਅਦ ਦੋਸਤੋ ਇਹ ਪੁੱਛ ਰਹੇ ਅਗਰ ਤੁਸੀਂ ਕੋਈ ਲਾਇਰ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਹਾਇਰ ਕਰ ਰਹੇ ਹੋ ਜਿਹੜਾ ਤੁਹਾਡੇ ਬਿਹਾਫ 'ਤੇ ਤੁਹਾਡੀ ਐਪਲੀਕੇਸ਼ਨ ਸਬਮਿਟ ਕਰ ਰਿਹਾ ਵਾ ਅਤੇ ਤੁਸੀਂ ਉਹਨੂੰ ਅਥੋਰਟੀ ਦੇ ਰਹੇ ਆ, ਦੈਨ ਇੱਥੇ ਕੋਈ ਵੀ ਆਪਣੇ ਅਕੋਰਡਿੰਗ ਟੂ ਯਰ ਪ੍ਰੋਫਾਈਲ ਤੁਸੀਂ ਆਪਸ਼ਨ ਸਿਲੈਕਟ ਕਰ ਸਕਦੇ ਆ, ਅਦਰਵਾਈਜ਼ ਨੋ, ਦੈਨ ਕਲਿੱਕ ਔਨ ਨੈਕਸਟ। ਉਸ ਤੋਂ ਬਾਅਦ ਦੋਸਤੋ ਪੁੱਛ ਰਿਹਾ ਕਿ ਪਿਛਲੇ 10 ਸਾਲਾਂ ਵਿੱਚ ਤੁਸੀਂ ਕੈਨੇਡਾ ਅਗਰ ਬਾਇਓਮੈਟ੍ਰਿਕਸ ਦਿੱਤੇ ਆ ਤਾਂ ਇੱਥੇ ਯੈਸ ਕਰ ਦਿਓ, ਅਗਰ ਨਹੀਂ ਦਿੱਤੇ ਦੈਨ ਨੋ, ਤੁਸੀਂ ਇੱਥੇ ਯੈਸ ਕਰ ਦਿਓ। ਉਸ ਤੋਂ ਬਾਅਦ ਦੋਸਤੋ ਇਹ ਪੁੱਛ ਰਿਹਾ ਕਿ ਤੁਸੀਂ ਫੀਸ ਪੇ ਕਰਨੀ ਆ ਔਰ ਆਰ ਯੂ ਫੀ ਐਗਜ਼ੈਂਪਟ, ਆਪਾਂ ਇੱਥੇ ਲਿਖਣਾ ਵਾ ਯੈਸ ਆਈ ਵਿਲ ਬੀ ਪੇਇੰਗ ਮਾਈ ਐਪਲੀਕੇਸ਼ਨ ਫੀਸ, ਦੈਨ ਕਲਿੱਕ ਔਨ ਨੈਕਸਟ। ਉਸ ਤੋਂ ਬਾਅਦ ਦੋਸਤੋ ਪੁੱਛ ਰਿਹਾ ਹੈ ਕਿ ਆਰ ਯੂ ਏਬਲ ਟੂ ਮੇਕ ਅ ਡਿਜੀਟਲ ਕਾਪੀ ਆਫ ਯੂਰ ਡਾਕੂਮੈਂਟਸ ਵਿਦ ਅ ਸਕੈਨਰ ਔਰ ਕੈਮਰਾ,
ਆਪਾਂ ਸਿਲੈਕਟ ਕਰ ਦੇਣੀ ਇੱਥੇ ਆਪਸ਼ਨ ਯੈਸ, ਦੈਨ ਹਿਟ ਨੈਕਸਟ। ਅੱਗੇ ਕੁਐਸਚਨ ਪੁੱਛ ਰਿਹਾ ਕਿ ਤੁਸੀਂ ਆਪਣੀ ਫੀਸ ਪੇ ਕਰੋਗੇ ਆਨਲਾਈਨ ਜੇ ਆਈਦਰ ਲਾਈਕ ਵੀਜ਼ਾ, ਮਾਸਟਰ ਕਾਰਡ ਜਾਂ ਕਿਸੇ ਵੀ ਤਰੀਕੇ ਡੈਬਿਟ ਕਾਰਡ ਕੋਈ ਵੀ ਹੋ ਸਕਦਾ ਵਾ। ਦੈਨ ਉੱਥੇ ਆਪਾਂ ਆਪਸ਼ਨ ਸਿਲੈਕਟ ਕਰਨੀ ਯੈਸ, ਦੈਨ ਹਿਟ ਨੈਕਸਟ। ਉਸ ਤੋਂ ਬਾਅਦ ਦੋਸਤੋ ਇੱਥੇ ਤੁਸੀਂ ਆਪਣੇ ਕੁਐਸਚਨ ਦੁਬਾਰਾ ਰਿਵਿਊ ਕਰ ਸਕਦੇ ਆ, ਜਿੰਨੇ ਵੀ ਤੁਸੀਂ ਹੁਣ ਤੱਕ ਆਨਸਰ ਦਿੱਤੇ ਆ ਸਾਰੇ ਤੁਸੀਂ ਰਿਵਿਊ ਕਰ ਸਕਦੇ ਆ ਕਿ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ, ਤੁਸੀਂ ਗ੍ਰੈਜੂਏਟ ਹੋ, ਤੁਸੀਂ ਕਿਹੜੇ ਕਿਹੜੇ ਕੁਐਸਚਨ ਦਾ ਕੀ ਆਨਸਰ ਦਿੱਤਾ ਹੈ। ਅਗਰ ਬਾਈ ਚਾਂਸ ਤੁਹਾਡੇ ਤੋਂ ਪਹਿਲਾਂ ਕੋਈ ਆਪਸ਼ਨ ਗਲਤ ਸਿਲੈਕਟ ਹੋ ਗਈ ਆ ਤਾਂ ਇੱਥੇ ਤੁਸੀਂ ਆ ਕੇ ਚੇਂਜ ਕਰ ਸਕਦੇ ਆ। ਜਿਵੇਂ ਕਿ ਆਪਾਂ ਇੱਥੇ ਚੇਂਜ ਕਰ ਸਕਦੇ ਕੁਐਸਚਨ ਦਾ ਆਨਸਰ। ਜਿਵੇਂ ਕਿ ਦੋਸਤੋ ਤੁਸੀਂ ਪਹਿਲਾਂ ਦੇਖਿਆ ਹੋਊਗਾ ਕਿ ਮੈਂ ਪਹਿਲਾਂ ਇੱਕ ਕੁਐਸਚਨ ਦੇ ਆਨਸਰ ਯੈਸ ਕਰਤਾ ਸੀਗਾ, ਹੈਵ ਯੂ ਹੈਡ ਅ ਮੈਡੀਕਲ ਐਗਜ਼ਾਮ ਪਰਫਾਰਮਡ ਬਾਈ IRCC ਆਥੋਰਾਈਜ਼ਡ ਫਿਜ਼ੀਸ਼ੀਅਨ ਇਨ ਲਾਸਟ 12 ਮੰਥਸ। ਇੱਥੇ ਤੁਹਾਡਾ ਨੋ ਆਉਣਾ ਵਾ। ਇਹ ਸਿਰਫ ਉਹਨਾਂ ਲਈ ਆ ਜਿਹੜੇ ਕਿ ਇਹ ਆਹ ਵਾਲੇ ਸੈਕਟਰਸ ਵਿੱਚ ਕੰਮ ਕਰਦੇ ਆ। ਉਹ ਪਹਿਲਾਂ ਕੁਛ ਇੰਟਰਨੈਟ ਐਰਰ ਕਰਕੇ ਕੁਛ ਐਰਰ ਆ ਗਿਆ ਸੀ, ਅਦਰਵਾਈਜ਼ ਇੱਥੇ ਨੋ ਆਉਣਾ ਵਾ। ਕੋਈ ਵੀ ਅਗਰ ਤੁਹਾਡਾ ਸਪਾਊਸ ਆ ਤਾਂ ਇੱਥੇ ਆਹ ਵਾਲੀ ਆਪਸ਼ਨ ਯੈਸ ਹੋ ਸਕਦੀ ਆ। ਦੈਨ ਰਿਵਿਊ ਕਰਨ ਤੋਂ ਬਾਅਦ ਸਾਰੇ ਕੁਐਸਚਨਸ ਪਲੀਜ਼ ਕੇਅਰਫੁਲੀ ਰਿਵਿਊ ਕਰੇ ਸਾਰੇ ਕੁਐਸਚਨਸ। ਉਸ ਤੋਂ ਬਾਅਦ ਤੁਸੀਂ ਕੰਟੀਨਿਊ ਕਰ ਦਿਓ। ਉਸ ਤੋਂ ਬਾਅਦ ਆਹ ਵਾਲੇ ਕੁਛ ਇੱਦਾਂ ਦੀ ਸਕਰੀਨ ਆਊਗੀ ਅਤੇ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰ ਦੇਣਾ। ਇੱਥੇ ਕੰਟੀਨਿਊ ਕਰਨ ਤੋਂ ਬਾਅਦ ਦੋਸਤੋ ਤੁਹਾਨੂੰ ਕੁਛ ਇੱਦਾਂ ਦੀ ਸਕਰੀਨ ਦਿਖੂਗੀ ਜਿੱਥੇ ਫਸਟ ਆਪਸ਼ਨ ਦੇ ਵਿੱਚ ਤੁਸੀਂ ਆਪਣੇ ਟਰਾਂਸਕ੍ਰਿਪਟਸ ਅਪਲੋਡ ਕਰਨੇ ਹੋਣਗੇ ਜਿਹੜੇ ਕਿ ਤੁਸੀਂ ਆਪਣੇ ਸਟੂਡੈਂਟ ਪੋਰਟਲ ਤੋਂ ਡਾਊਨਲੋਡ ਕਰ ਸਕਦੇ ਆ। ਸੇਮ ਤੁਹਾਡਾ ਕੰਪਲੀਸ਼ਨ ਆਫ ਯੂਅਰ ਪ੍ਰੋਗਰਾਮ, ਯੂਅਰ ਸਟੱਡੀਜ਼ ਲੈਟਰ, ਇੱਥੇ ਤੁਸੀਂ ਆਪਣਾ ਪਾਸਪੋਰਟ ਪਲੱਸ ਉਹਦੇ ਜਿੰਨੇ ਵੀ ਸਟੈਂਪ ਪੇਜਿਸ ਆ ਅਤੇ ਨਾਲ ਉਹਦਾ ਸਟੱਡੀ ਪਰਮਿਟ, ਅਤੇ ਉਸ ਤੋਂ ਬਾਅਦ ਤੁਹਾਡਾ ਡਿਜੀਟਲ ਫੋਟੋ। ਜੋ ਤੁਸੀਂ ਡਿਜੀਟਲ ਫੋਟੋ ਕਿੰਨੇ ਸਾਈਜ਼ ਦੀ ਹੋਣੀ ਚਾਹੀਦੀ ਇੱਥੇ ਕਲਿੱਕ ਕਰੋਗੇ ਤਾਂ ਤੁਸੀਂ ਚੈੱਕ ਕਰ ਸਕਦੇ ਆ ਉਹਦੀ ਸਪੈਸੀਫਿਕੇਸ਼ਨਸ ਆ, ਅਤੇ ਤੁਸੀਂ ਕਿਸੇ ਵੀ ਕਮਰਸ਼ੀਅਲ ਫੋਟੋਗ੍ਰਾਫਰ ਕੋਲ ਜਾ ਕੇ ਇਹ ਸਾਈਜ਼ ਬਣਵਾ ਸਕਦੇ ਹੋ ਫੋਟੋ ਦਾ। ਬਟ ਇਹ 4 MB ਤੋਂ ਜ਼ਿਆਦਾ ਸਾਈਜ਼ ਐਕਸੀਡ ਨਹੀਂ ਕਰਨਾ ਚਾਹੀਦਾ ਨੋਟ। ਉਸ ਤੋਂ ਬਾਅਦ ਗੱਲ ਆਉਂਦੀ ਹੈ ਸਭ ਤੋਂ ਮੇਨ ਫਾਰਮ ਦੀ, ਜਿਹੜਾ ਫਾਰਮ ਹੈਗਾ 5257। ਇਹਦੇ ਲਈ ਮੈਂ ਇੱਕ ਸੈਪਰੇਟ ਵੀਡੀਓ ਬਣਾਈ ਹੋਈ ਆ ਜਿਹੜੇ ਕਿ ਤੁਹਾਨੂੰ ਇਸ ਵੀਡੀਓ ਦੇ ਐਂਡ ਵਿੱਚ ਉਸ ਵੀਡੀਓ ਦਾ ਲਿੰਕ ਮਿਲ ਜੂਗਾ। ਅਗਰ ਤੁਹਾਡੇ ਕੋਲ ਕੋਈ ਐਡੀਸ਼ਨਲ ਇਨਫੋਰਮੇਸ਼ਨ ਹੈਗੀ ਆ ਉਹ ਤੁਸੀਂ ਇੱਥੇ ਅਪਲੋਡ ਕਰੋਗੇ ਆਹ ਵਾਲੇ ਸੈਕਸ਼ਨ ਵਿੱਚ, ਕਲਾਇੰਟ ਇਨਫੋਰਮੇਸ਼ਨ ਵਾਲੇ ਵਿੱਚ। ਦੈਨ ਫਾਈਨਲੀ ਇੱਥੇ ਤੁਹਾਨੂੰ ਇੱਕ ਆਪਸ਼ਨ ਆ ਜੂਗੀ ਸਾਰੇ ਡਾਕੂਮੈਂਟਸ ਅਪਲੋਡ ਕਰਨ ਤੋਂ ਬਾਅਦ ਕੰਟੀਨਿਊ। ਉਹ ਕੰਟੀਨਿਊ ਕਰਨ ਤੋਂ ਬਾਅਦ ਤੁਸੀਂ ਫਾਈਨਲੀ ਆਪਣੀ ਫੀਸ ਪੇ ਕਰ ਦੇਣੀ ਆ ਜਿਹੜੇ ਵੀ ਕਾਰਡ ਨਾਲ ਤੁਸੀਂ ਫੀ ਪੇ ਕਰਨੀ ਹੋਈ। ਦੈਨ ਫਾਈਨਲੀ ਤੁਹਾਡੀ ਐਪਲੀਕੇਸ਼ਨ ਕੰਡੀਸ਼ਨਸ ਐਗਰੀ ਕਰਨ ਤੋਂ ਬਾਅਦ ਤੁਹਾਡੇ ਸਿਗਨੇਚਰ ਮੰਗੂਗਾ ਉਹ, ਅਤੇ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰ ਦੇਣੀ ਆ। ਇਸ ਵੀਡੀਓ ਦੀ ਪੂਰੀ ਕਿਵੇਂ ਸਬਮਿਟ ਕਰਨੀ ਆ ਇਹ ਦੂਜੀ ਵੀਡੀਓ ਵੀ ਦੱਸਿਆ ਹੋਇਆ ਹੈ। ਉਸ ਵੀਡੀਓ ਦਾ ਲਿੰਕ ਵੀ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਅਤੇ ਵੀਡੀਓ ਦੇ ਐਂਡ ਵਿੱਚ ਪਾ ਦੂੰਗਾ। ਤੁਸੀਂ ਉੱਥੇ ਤੋਂ ਕਲਿੱਕ ਕਰਕੇ ਉਹ ਵਾਲੀ ਵੀਡੀਓ ਦੇਖ ਸਕਦੇ ਆ। ਅਗਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ। ਥੈਂਕ ਯੂ।